ਕਰਨ ਆਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਤਰਨ ਆਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤੇ ਇਸ ਲੜੀ ਦੇ ਤਹਿਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 3 ਨੰਬਰ ਸ਼ਲੋਕ, ਜਿਸ ਦਾ ਪਾਠ ਆਪਾਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। ਇਹ ਸ਼ਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1426 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਜੀ ਨੇ ਇਸ ਸ਼ਲੋਕ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੇ ਜੋ ਵਿਅਕਤੀ ਗੁਣ ਨਹੀਂ ਗਾਉਂਦਾ, ਭਾਵ ਜਿਹੜਾ ਵਿਅਕਤੀ ਉਸ ਮਾਲਕ ਦੇ ਨਾਲ ਸਾਂਝ ਨਹੀਂ ਪਾਉਂਦਾ, ਉਹ ਆਪਣਾ ਸਮਾਂ ਇਸ ਮਨੁੱਖਾ ਦੇਹ ਦਾ ਵਿਅਰਥ ਗਵਾ ਲੈਂਦਾ ਹੈ। ਹੁਣ ਪਾਤਸ਼ਾਹ ਜੀ ਇੱਥੇ ਫਰਮਾਉਂਦੇ ਨੇ, ਤਰਨ ਆਪੋ ਇਉਂ ਹੀ ਗਇਓ। ਤਰਨ ਆਪੋ ਦਾ ਅਰਥ ਹੈ ਜਵਾਨੀ। ਲਿਓ ਜਰਾ ਤਨ ਜੀਤ, ਤੇ ਤੈਨੂੰ ਆਣ ਕੇ ਵਡੇਪੇ ਨੇ ਤੇਰੇ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ। ਹੁਣ ਧਿਆਨ ਨਾਲ ਸੁਣਿਓ ਸਾਧ ਸੰਗਤ ਜੀ, ਕਿਉਂਕਿ ਬਾਣੀ ਨੂੰ ਵਿਚਾਰਨ ਵਕਤ ਇਹਨਾਂ 2-3 ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਹਿਲਾ ਤੇ ਜਿਹੜੀ ਬਾਣੀ ਹੈ, ਇਹ ਹਰ ਇੱਕ ਸਮਾਜ ਦੇ ਮਨੁੱਖ ਵਾਸਤੇ ਸਾਂਝਾ ਉਪਦੇਸ਼ ਹੈ। ਭਾਵੇਂ ਕੋਈ ਬੱਚਾ ਹੈ, ਭਾਵੇਂ ਕੋਈ ਨੌਜਵਾਨ ਹੈ, ਭਾਵੇਂ ਕੋਈ ਬਿਰਧ ਹੈ, ਬਜ਼ੁਰਗ ਹੈ। ਹੁਣ ਇੱਥੇ ਸ਼ਬਦ ਵਰਤਿਆ ਹੈ, ਤਰਨ ਆਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਹੁਣ ਜਿਹੜੇ ਇਨਸਾਨ ਜਵਾਨੀ 'ਚ ਹੀ ਚਲੇ ਗਏ ਨੇ, ਬੁਢੇਪਾ ਆਇਆ ਹੀ ਨਹੀਂ, ਕੱਲ੍ਹ ਨੂੰ ਉਹ ਵੀ ਸਵਾਲ ਖੜਾ ਕਰ ਸਕਦੇ ਨੇ ਵੀ ਸਾਡੇ 'ਤੇ ਇਹ ਸ਼ਲੋਕ ਢੁਕਦਾ ਹੀ ਨਹੀਂ, ਕਿਉਂਕਿ ਸਾਡੇ 'ਤੇ ਬੁਢੇਪਾ ਆਇਆ ਹੀ ਨਹੀਂ। ਭਾਵ ਜਵਾਨੀ 'ਚ ਹੀ ਉਹ ਪੂਰੇ ਹੋ ਗਏ, ਕਈ ਬਚਪਨ ਵਿੱਚ ਪੂਰੇ ਹੋ ਜਾਂਦੇ ਨੇ। ਬਾਣੀ ਹੈਗੀ ਆ ਸਮੁੱਚੇ ਸੰਸਾਰ ਲਈ ਸਾਂਝਾ ਉਪਦੇਸ਼ ਹੈ, ਭਾਵੇਂ ਕੋਈ ਬੱਚਾ ਹੈ, ਭਾਵੇਂ ਕੋਈ ਨੌਜਵਾਨ ਹੈ, ਅਤੇ ਭਾਵੇਂ ਕੋਈ ਬਜ਼ੁਰਗ ਹੈ। ਵੇਖੋ, ਆਪਾਂ ਪਹਿਲਾਂ ਵੀ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਕੁਝ ਸ਼ਬਦਾਂ ਦੀ ਜਿਹੜੀ ਡੈਫੀਨੇਸ਼ਨ ਹੈ, ਪਰਿਭਾਸ਼ਾ ਹੈ, ਉਹ ਸਮਾਜਿਕ ਤੌਰ 'ਤੇ ਹੋਰ ਹੈ, ਪਰ ਬਾਣੀ ਦੇ ਜਦੋਂ ਅਸੀਂ ਵਿਚਾਰ ਮੁਤਾਬਕ ਵੇਖਦੇ ਹਾਂ, ਤੇ ਉਹ ਸ਼ਬਦਾਂ ਦੀ ਡੈਫੀਨੇਸ਼ਨ, ਪਰਿਭਾਸ਼ਾ ਬਿਲਕੁਲ ਹੀ ਉਲਟ ਹੋ ਜਾਂਦੀ ਹੈ। ਹੁਣ ਜਿਵੇਂ ਆਪਾਂ ਭਾਣੇ ਸ਼ਬਦ ਦੀ ਪਹਿਲਾਂ ਗੱਲ ਕਰ ਚੁੱਕੇ ਹਾਂ, ਦਿਨ ਤੇ ਰਾਤ ਦੀ ਗੱਲ ਕਰਦੇ ਹਾਂ। ਆਪਾਂ ਦਿਨ ਮੰਨਦੇ ਹਾਂ ਜਦੋਂ ਸੂਰਜ ਚੜ੍ਹਿਆ ਹੋਵੇ, ਰਾਤ ਮੰਨਦੇ ਜਦੋਂ ਰਾਤ ਨੂੰ ਤਾਰੇ ਚਮਕਦੇ ਹੋਣ, ਘੁੱਪ ਹਨੇਰਾ ਹੋਵੇ, ਆਪਾਂ ਕਹਿੰਦੇ ਰਾਤ ਪੈ ਗਈ ਹੈ। ਪਰ ਬਾਣੀ ਦੇ ਮੁਤਾਬਕ ਜਦੋਂ ਆਪਾਂ ਬਾਣੀ ਵਿੱਚ ਰਾਤ ਦੀ ਪਰਿਭਾਸ਼ਾ ਵੇਖਾਂਗੇ, ਸਮੁੱਚੇ ਜੀਵਨ ਨੂੰ ਸਤਿਗੁਰੂ ਜੀ ਨੇ ਰਾਤ ਆਖਿਆ। ਰਾਤ ਕਾਰਨ ਧਨ ਸੰਚੀਏ ਭੜਕੇ ਚੱਲਣ ਹੋਏ। ਤੋ ਗੁਰੂ ਸਾਹਿਬ ਜੀ ਦੀ ਜਦੋਂ ਆਪਾਂ ਬਾਣੀ ਨੂੰ ਧਿਆਨ ਨਾਲ ਪੜ੍ਹਾਂਗੇ, ਤਾਂ ਸਾਨੂੰ ਸਮਝ ਆਏਗੀ ਕਿ ਬਹੁਤ ਐਸੇ ਸ਼ਬਦ ਨੇ ਜਿਨ੍ਹਾਂ ਦੀ ਸਮਾਜਿਕ ਤੌਰ 'ਤੇ ਸਾਡੀ ਬੋਲੀ 'ਚ ਡੈਫੀਨੇਸ਼ਨ ਹੋਰ ਹੈ। ਬਾਣੀ ਜਦੋਂ ਪੜ੍ਹਦੇ ਹਾਂ ਤਾਂ ਉਹ ਇੱਕ ਪਰਿਭਾਸ਼ਾ ਬਿਲਕੁਲ ਅਲੱਗ ਹੈ। ਜਿਵੇਂ ਕਿ ਧਿਆਨ ਨਾਲ ਸੁਣਿਓ, ਹੁਣ ਇੱਥੇ ਸ਼ਬਦ ਵਰਤਿਆ, ਤਰਨ ਆਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਵੀ ਜਵਾਨੀ ਚਲੀ ਗਈ ਤੇਰੀ, ਇਉਂ ਹੀ ਗਇਓ, ਅਤੇ ਵਡੇਪੇ ਨੇ ਤੇਰੇ 'ਤੇ ਆਣ ਕੇ ਜਿੱਤ ਪ੍ਰਾਪਤ ਕਰ ਲਈ। ਪਹਿਲਾਂ ਆਪਾਂ ਗੁਰਬਾਣੀ 'ਚੋਂ ਵੇਖਾਂਗੇ, ਗੁਰਬਾਣੀ 'ਚ ਜਵਾਨੀ ਕਿਹਨੂੰ ਆਖਿਆ। ਜਵਾਨੀ ਦਾ ਅਰਥ ਹੁੰਦਾ ਜਦੋਂ ਬੰਦੇ ਕੋਲ ਤਾਕਤ ਹੁੰਦੀ ਹੈ, ਬਲ ਹੁੰਦਾ ਹੈ, ਜੋਸ਼ ਹੁੰਦਾ ਹੈ, ਸਮਰੱਥਾ ਹੁੰਦੀ ਹੈ। ਹੁਣ ਜਿਹੜਾ ਨੌਜਵਾਨ ਹੈ, ਆਮ ਹੀ ਬਜ਼ੁਰਗ ਕਹਿੰਦੇ, ਪੁੱਤ ਜਦੋਂ ਤੇਰੇ ਵਰਗੇ ਸੀ ਅਸੀਂ ਭੱਜੇ ਫਿਰਦੇ ਸੀ, ਥੱਕਦੇ ਨਹੀਂ ਸੀ ਕੰਮ ਕਰਦਿਆਂ। ਹੁਣ ਅਸੀਂ ਬਜ਼ੁਰਗ ਹੋ ਗਏ ਹਾਂ, ਸਾਡੀਆਂ ਲੱਤਾਂ ਬਾਹਾਂ ਜਵਾਬ ਦੇ ਗਈਆਂ, ਸਾਡੇ ਵਿੱਚ ਉਹ ਐਨਰਜੀ, ਉਹ ਪਾਵਰ, ਹੁਣ ਤਾਕਤ ਨਹੀਂ ਰਹੀ। ਇਹ ਆਮ ਹੀ ਬਜ਼ੁਰਗ ਆਪਣੇ ਬੱਚਿਆਂ ਨੂੰ, ਆਪਣੇ ਪੁੱਤ ਪੋਤਰਿਆਂ ਨੂੰ ਇਹ ਸ਼ਬਦ ਬੋਲ ਦਿੰਦੇ ਨੇ। ਹੁਣ ਸਮਾਜਿਕ ਤੌਰ 'ਤੇ ਵਡੇਪਾ ਅਸੀਂ ਉਹਨੂੰ ਮੰਨਦੇ ਜਦੋਂ ਬੰਦਾ ਬਿਰਧ ਹੋ ਜਾਏ, ਸਕਿਨ ਵੀ ਢਿੱਲੀ ਪੈ ਜਾਏ, ਮਨੁੱਖ ਦੀਆਂ ਅੱਖਾਂ ਦੀ ਜੋਤ ਵੀ ਕਮਜ਼ੋਰ ਹੋ ਜਾਏ, ਮਨੁੱਖ ਤੁਰਨ ਫਿਰਨ ਵਿੱਚ ਵੀ ਉਹ ਸਮਰੱਥਾ, ਉਹ ਤਾਕਤ, ਉਹ ਬਲ ਨਾ ਰਵੇ, ਆਪਾਂ ਕਹਿੰਦੇ ਬਜ਼ੁਰਗ ਹੋ ਗਿਆ, ਮਨੁੱਖ ਬਿਰਧ ਹੋ ਗਿਆ। ਪਰ ਸਤਿਗੁਰ ਨੇ ਬਾਣੀ ਵਿੱਚ ਬਿਰਧ ਦੀ ਅਤੇ ਨੌਜਵਾਨ ਦੀ ਡੈਫੀਨੇਸ਼ਨ, ਪਰਿਭਾਸ਼ਾ ਕੁਝ ਹੋਰ ਬਿਆਨ ਕੀਤੀ ਹੈ। ਸਤਿਗੁਰੂ ਜੀ ਇਹ ਵੀ ਕਹਿੰਦੇ ਨੇ ਵੀ ਗੁਰਮੁਖ ਬੁੱਢੇ ਕਦੇ ਨਹੀਂ। ਜਿਹੜੇ ਗੁਰੂ ਦੇ ਸਨਮੁਖ ਹੋ ਕੇ ਜੀਵਨ ਗੁਜ਼ਾਰਦੇ ਨੇ, ਉਹ ਕਦੀ ਬੁੱਢੇ ਹੁੰਦੇ ਹੀ ਨਹੀਂ। ਹੁਣ ਇਹਦਾ ਅਰਥ ਵੀ ਜੇ ਕੱਲ੍ਹ ਨੂੰ ਮੰਨ ਲਓ ਜੇ ਕੋਈ ਮਨੁੱਖ ਗੁਰੂ ਨਾਲ ਜੁੜ ਕੇ ਜੀਵਨ ਜਿਉਂਦਾ, ਕਿ ਉਹਦੇ 'ਤੇ ਕਦੀ ਵਡੇਪਾ ਨਹੀਂ ਆਏਗਾ। ਉਹਦੇ ਅੰਗ ਪੈਰ ਜਿਹੜੇ ਨੇ ਉਹ ਕਦੀ ਮਤਲਬ ਤਾਕਤ ਤੋਂ ਹੀਣੇ ਨਹੀਂ ਹੋਣਗੇ। ਇਹਦਾ ਕੀ ਅਰਥ ਕੀ ਹੋਇਆ? ਹੁਣ ਸਤਿਗੁਰੂ ਜੀ ਕਹਿੰਦੇ ਨੇ, ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ
ਸੁਰਤ ਗਿਆਨ, ਜਿਨ੍ਹਾਂ ਦੀ ਸੁਰਤ ਵਿੱਚ ਗਿਆਨ ਸੋਝੀ ਹੁੰਦੀ ਹੈ, ਉਹ ਕਦੀ ਬਜ਼ੁਰਗ ਹੁੰਦੇ ਨਹੀਂ। ਇਹਦਾ ਮਤਲਬ ਸਰੀਰ ਦੇ ਵਡੇਪੇ ਦੀ ਗੱਲ ਨਹੀਂ ਇੱਥੇ ਹੋ ਰਹੀ, ਇੱਥੇ ਗੱਲ ਤੁਹਾਡੇ ਅੰਦਰ ਦੇ ਵਡੇਪੇ ਦੀ ਹੋ ਰਹੀ ਹੈ। ਜਿਵੇਂ ਬਜ਼ੁਰਗ ਦੇ ਵਿੱਚ ਤਾਕਤ ਘੱਟ ਹੁੰਦੀ ਹੈ, ਸਮਰੱਥਾ ਥੋੜ੍ਹੀ ਜਿਹੀ ਘੱਟ ਜਾਂਦੀ ਹੈ, ਨੌਜਵਾਨ 'ਚ ਤਾਕਤ ਜੋਸ਼ ਵੱਧ ਹੁੰਦਾ ਹੈ। ਸੇਮ ਇਸੇ ਤਰ੍ਹਾਂ ਜਦੋਂ ਮਨੁੱਖ ਗੁਣਾਂ ਨਾਲ ਸਾਂਝ ਪਾਉਂਦਾ ਹੈ ਤੇ ਉਹਦੇ 'ਤੇ ਜਵਾਨੀ ਹੈ, ਜਦੋਂ ਗੁਣਾਂ ਨਾਲ ਉਹ ਨਾਤਾ ਤੋੜ ਦਿੰਦਾ ਤੇ ਉਹਦੇ 'ਤੇ ਵਡੇਪਾ ਆ ਜਾਂਦਾ ਹੈ। ਇਹਦਾ ਮਤਲਬ ਫਿਰ ਗੁਣਾਂ ਨਾਲ ਸਾਂਝ ਤੇ ਬਜ਼ੁਰਗੀ ਵਿੱਚ ਵੀ ਪੈ ਸਕਦੀ ਹੈ। ਤਾਂ ਸ਼ਬਦ ਵਰਤੇ ਨਾ, ਗੁਰਮੁਖ ਬੁੱਢੇ ਕਦੇ ਨਹੀਂ। ਮਨੁੱਖ ਮੰਨ ਲਓ 80 90 ਸਾਲ 70 ਸਾਲ ਦਾ ਹੋ ਗਿਆ, ਪਰ ਜੇ ਉਹਦੀ ਗੁਣਾਂ ਨਾਲ ਸਾਂਝ ਹੈ ਤੇ ਬਾਣੀ ਆਂਦੀ ਉਹ ਬਜ਼ੁਰਗ ਥੋੜ੍ਹਾ, ਕਿਉਂਕਿ ਉਹ ਅੰਦਰੋਂ ਤੇ ਉਹਦੇ ਵਿੱਚ ਉਨੀ ਤਾਕਤ ਹੈ, ਉੱਦਾਂ ਹੀ ਸਮਰੱਥਾ ਹੈ, ਉੱਦਾਂ ਹੀ ਲਾਲਚ ਨਾਲ ਲੜਨ ਦੀ ਸ਼ਕਤੀ ਉਹਦੇ ਵਿੱਚ, ਉੱਦਾਂ ਹੀ ਵਕਾਰਾਂ ਨਾਲ ਲੜਨ ਦੀ ਸ਼ਕਤੀ ਹੈ, ਉੱਦਾਂ ਈਰਖਾ ਜੈਲਸੀ ਨਾਲ ਜੂਝਣ ਦੀ ਉਹਦੇ 'ਚ ਪੂਰੀ ਤੌਰ 'ਤੇ ਸਮਰੱਥਾ ਹੈ, ਕਿਉਂਕਿ ਅੰਦਰ ਉਹਦੇ ਅੰਦਰ ਸੁਰਤ ਵਿੱਚ ਗਿਆਨ ਹੈ, ਉਹਨੂੰ ਸੋਝੀ ਹੈ। ਅਤੇ ਦੂਜੇ ਬੰਨੇ ਕਹਿਤਾ ਮਨਮੁਖ ਬਾਲਕ ਬਿਰਧ ਸਮਾਨ ਹੈ। ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਉਹ ਭਾਵੇਂ ਅਜੇ ਬਾਲਕ ਹੀ ਹੈ, ਅਜੇ ਉੱਤੇ ਜਵਾਨੀ ਆਉਣੀ ਹੈ, ਪਰ ਉਹ ਬਿਰਧਾਂ ਨਾਲੋਂ ਭੈੜਾ ਕਮਜ਼ੋਰ ਹੈ, ਕਿਉਂਕਿ ਜਿਨ੍ਹਾਂ ਅੰਤਰ ਹਰ ਸੁਰਤ ਨੇ, ਉਹਦੀ ਅੰਦਰ ਸੁਰਤ ਵਿੱਚ ਸੱਚ ਦਾ ਗਿਆਨ ਹੈ ਨਹੀਂ, ਉਹ ਵਕਾਰਾਂ ਨਾਲ ਲੜਨ ਦੀ ਉਹ 'ਚ ਤਾਕਤ ਹੈ ਨਹੀਂ, ਯਾਨੀ ਕਿ ਉਹਨੇ ਗੋਬਿੰਦ ਦੇ ਗੁਣ ਗਾਏ ਹੀ ਨਹੀਂ। ਹੁਣ ਤੁਸੀਂ ਇਹ ਤੀਜੇ ਸ਼ਲੋਕ ਨੂੰ ਪਹਿਲੇ ਸ਼ਲੋਕ ਨਾਲ ਮਿਲਾ ਕੇ ਵੇਖੋ। ਇੱਥੇ ਕਹਤਾ ਤਰ ਨਾਪੋ ਇਉਂ ਹੀ ਗਇਓ। ਕਿਵੇਂ ਗਇਓ? ਗੁਣ ਗੋਬਿੰਦ ਗਾਇਓ ਨਹੀਂ, ਇੱਦਾਂ ਗਇਓ। ਜਨਮਾਕਾਰਥ ਕੀਨ। ਆਪਾਂ ਪਹਿਲੇ ਸ਼ਲੋਕ ਤੇ ਤੀਜੇ ਸ਼ਲੋਕ ਨੂੰ ਮਿਲਾ ਕੇ ਵੇਖ ਰਹੇ ਹਾਂ। ਤੀਜੇ ਸ਼ਲੋਕ 'ਚ ਕਿਹਾ ਤਰ ਨਾਪੋ ਇਉਂ ਹੀ ਗਇਓ। ਇਉਂ ਹੀ ਗਇਓ ਦਾ ਅਰਥ ਕੀ ਹੈ? ਗੁਣ ਗੋਬਿੰਦ। ਹੁਣ ਸਵਾਲ ਪੈਦਾ ਹੋਏਗਾ ਨਾ ਵੀ ਇਉਂ ਹੀ ਗਇਓ, ਕਿਵੇਂ ਗਇਓ? ਤੇ ਸਤਿਗੁਰੂ ਜੀ ਨੇ ਪਹਿਲੇ ਸ਼ਲੋਕ 'ਚ ਇਹ ਗੱਲ ਕਹਿ ਦਿੱਤੀ ਸੀ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਤੂੰ ਆਪਣਾ ਜਨਮ ਅਕਾਰਥ ਗਵਾ ਲਿਆ, ਭਾਵ ਗੋਬਿੰਦ ਦੇ ਗੁਣ ਨਹੀਂ ਗਾਏ, ਤੇ ਗਾਉਣ ਦਾ ਤਰੀਕਾ ਦੱਸਿਆ। ਹੁਣ ਇੱਥੇ ਕਹਿਤਾ ਤਰ ਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਤੂੰ ਪਰਮੇਸ਼ਰ ਦੇ ਗੁਣ ਨਹੀਂ ਗਾਏ, ਸੱਚ ਨਾਲ ਸਾਂਝ ਨਹੀਂ ਪਾਈ, ਤੇ ਤੇਰੇ ਵਿੱਚੋਂ ਉਹ ਸ਼ਕਤੀ, ਉਹ ਬਲ, ਉਹ ਤਾਕਤ ਗੁਣਾਂ ਵਾਲੀ ਘਟ ਗਈ। ਲਿਓ ਜਰਾ ਤਨ ਜੀਤ, ਤੇਰੇ ਉੱਤੇ ਵਕਾਰਾਂ ਵਾਲਾ ਵਡੇਪਾ ਆ ਗਿਆ। ਜਿਵੇਂ ਬਜ਼ੁਰਗ ਬੰਦੇ ਕੋਲ ਤੁਰਨ ਫਿਰਨ ਦੀ ਤਾਕਤ ਘਟ ਜਾਂਦੀ ਹੈ, ਤੇ ਜਿਸ ਮਨੁੱਖ ਦੇ ਕੋਲ ਰੱਬੀ ਗੁਣ ਨਾ ਹੋਣ, ਭਾਵੇਂ ਉਹ ਨੌਜਵਾਨ ਹੀ ਹੋਵੇ, ਜਵਾਨੀ 'ਚ ਹੀ ਹੋਵੇ, ਸਤਿਗੁਰ ਦੀ ਬਾਣੀ ਕਹਿੰਦੀ ਸਮਝ ਲਓ ਉਹਦੇ 'ਤੇ ਵਡੇਪਾ ਆ ਗਿਆ। ਸਤਿਗੁਰ ਦੀ ਬਾਣੀ ਵਿੱਚੋਂ ਇਹਨਾਂ ਗੱਲਾਂ ਦਾ ਜਵਾਬ ਮਿਲ ਜਾਂਦਾ। ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਜਰਾ ਦਾ ਅਰਥ ਉੱਤੇ ਵਡੇਪਾ ਹੈ। ਗੁਰੂ ਸਾਹਿਬ ਕਹਿੰਦੇ ਮੈਂ ਉਸ ਅਵਸਥਾ 'ਚ ਘਰ ਬਣਾ ਲਿਆ। ਹੁਣ ਦੇਖੋ ਜਰਾ ਦੀ ਆਪਾਂ ਨੂੰ ਵਿਆਖਿਆ ਗੁਰਬਾਣੀ 'ਚੋਂ ਮਿਲ ਗਈ। ਜਰਾ ਦਾ ਅਰਥ ਇੱਥੇ ਜਰਾ ਸ਼ਬਦ ਆਇਆ, ਇੱਥੇ ਜਰਾ ਸ਼ਬਦ ਆਪਾਂ ਪੜ੍ਹਿਆ ਹੁਣੇ ਹੀ। ਗੁਰੂ ਸਾਹਿਬ ਜੀ ਇੱਥੇ ਜਰਾ ਦੀ ਗੱਲ ਕਰ ਰਿਹਾ, ਵਡੇਪਾ। ਆਪਾਂ ਨੂੰ ਪਤਾ ਲੱਗ ਗਿਆ ਵੀ ਜਰਾ ਇੱਥੇ ਕਹਿ ਕੇ ਇਹਨੂੰ ਨਾਨਕ ਬੱਧਾ ਘਰ ਤਹਾਂ। ਨਾਨਕ ਨੇ ਹੁਣ ਉਸ ਅਵਸਥਾ 'ਚ ਘਰ ਬਣਾ ਲਿਆ ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਹੁਣ ਵਡੇਪਾ ਨਹੀਂ ਹੈਗਾ। ਉਸ ਅਵਸਥਾ 'ਚ ਆਪਣਾ ਘਰ ਬਣਾ ਲਿਆ। ਗੁਰੂ ਪਾਤਸ਼ਾਹ ਜੀ ਸਿੱਖਿਆ ਦੇ ਰਹੇ ਨੇ। ਹੁਣ ਕਿੰਨੇ ਪਿਆਰੇ ਬਚਨ ਗੁਰੂ ਪਾਤਸ਼ਾਹ ਜੀ ਨੇ ਇੱਥੇ ਕਹਿ ਦਿੱਤੇ। ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਹੁਣ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਧਿਆਨ ਨਾਲ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਹੁਣ ਇਹ ਸ਼ਬਦ ਜਿਹੜਾ ਆਪਾਂ ਗੁਰੂ ਅਰਜਨ ਸਾਹਿਬ ਜੀ ਦਾ ਵਿਚਾਰ ਰਹੇ ਹਾਂ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ, ਇਹ 9ਵੇਂ ਪਾਤਸ਼ਾਹ ਦਾ ਸ਼ਲੋਕ ਹੈ। ਹੁਣ ਦੋਨਾਂ ਵਿੱਚ ਜਰਾ ਸ਼ਬਦ ਆਇਆ, ਸ਼ਲੋਕ ਵਿੱਚ ਜਰਾ ਸ਼ਬਦ ਆਇਆ, ਉੱਥੇ ਵੀ ਜਰਾ ਸ਼ਬਦ ਆਇਆ। ਹੁਣ ਇੱਥੇ ਸਾਨੂੰ ਕਈ ਵਾਰੀ ਭੁਲੇਖਾ ਪੈ ਸਕਦਾ ਵੀ ਸ਼ਾਇਦ ਜਰੇ ਦਾ ਅਰਥ ਤੇ ਵਡੇਪਾ ਹੈ, ਵਡੇਪਾ ਹੀ ਹੈ, ਪਰ ਵਡੇਪਾ ਕਿਸ ਅਰਥਾਂ 'ਚ ਆਇਆ ਗੁਰਬਾਣੀ ਵਿੱਚ, ਇਹ ਸਾਨੂੰ ਗੁਰੂ ਅਰਜਨ ਸਾਹਿਬ ਦਾ ਸ਼ਬਦ ਦੱਸਦਾ ਹੈ। ਜਦੋਂ ਆਪਾਂ ਉਸ ਸ਼ਬਦ ਨੂੰ ਧਿਆਨ ਨਾਲ ਪੜ੍ਹਦੇ ਹਾਂ ਕਿ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ, ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਹੁਣ ਉਸ ਅਵਸਥਾ 'ਚ ਘਰ ਬਣਾ ਲਿਆ ਮੈਂ ਆਪਣਾ ਜਿੱਥੇ ਮ੍ਰਿਤੂ ਹੈ ਨਹੀਂ, ਜਿੱਥੇ ਆਤਮਿਕ ਤੌਰ 'ਤੇ ਮੌਤ ਹੈ ਨਹੀਂ, ਕੋਈ ਵਿਕਾਰ ਬੰਦੇ ਨੂੰ ਅੰਦਰੋਂ ਮਾਰ ਨਹੀਂ ਸਕਦਾ, ਜਿੱਥੇ ਮਨ ਦਾ ਜੰਮਣਾ ਮਰਨਾ ਹੈ ਨਹੀਂ। ਅਤੇ ਤੀਜਾ ਆ ਗਿਆ ਜਿੱਥੇ ਵਿਕਾਰਾਂ ਦਾ ਵਡੇਪਾ ਹੈ ਨਹੀਂ, ਕਿਉਂਕਿ ਵਿਕਾਰ ਬੰਦੇ ਨੂੰ ਅੰਦਰੋਂ ਕਮਜ਼ੋਰ ਕਰਦੇ ਆ। ਲਾਲਚ ਬੰਦੇ ਨੂੰ ਅੰਦਰੋਂ ਕਮਜ਼ੋਰ ਕਰਦਾ, ਕ੍ਰੋਧ ਬੰਦੇ ਨੂੰ ਅੰਦਰੋਂ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਲ ਹੈ। ਇਹਨੂੰ ਬਾਣੀ ਚੰਡਾਲ ਆਖਿਆ। ਇਹ ਕਾਇਆ ਨੂੰ ਗਾਲਦੇ ਨੇ, ਤਬਾਹ ਕਰਦੇ ਨੇ। ਅਤੇ ਸਤਿਗੁਰੂ ਜੀ ਕਹਿੰਦੇ ਨੇ ਮਨੁੱਖ ਜਦੋਂ ਗਾਲਦੇ ਨੇ, ਗਲਦਾ ਹੈ ਮਨੁੱਖ, ਅਤੇ ਮਨੁੱਖ ਕੁਦਰਤੀ ਗੱਲ ਹੈ ਜਵਾਨੀ 'ਚ ਹੀ ਮਨੁੱਖ 'ਤੇ ਵਡੇਪਾ ਆ ਜਾਂਦਾ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਤਰ ਨਾਪੋ ਇਉਂ ਹੀ ਗਇਓ। ਤੂੰ ਭਾਈ ਆਪਣਾ ਇਹ ਜੋਬਨ ਜਵਾਨੀ ਇੱਦਾਂ ਹੀ ਗਵਾ ਲਈ, ਭਾਵ ਗੁਣਾਂ ਵਾਲਾ, ਕਿਉਂਕਿ ਤੂੰ ਗੁਣ ਨਹੀਂ ਗਾਏ, ਤੂੰ ਇਹ ਸਮਾਂ ਵਿਅਰਥ ਗਵਾ ਲਿਆ। ਲਿਓ ਜਰਾ ਤਨ ਜੀਤ, ਤੇਰੇ ਉੱਤੇ ਵਿਕਾਰਾਂ ਵਾਲਾ ਵਡੇਪਾ ਆ ਗਿਆ, ਭਾਵ ਤੈਨੂੰ ਆਣ ਕੇ ਵਿਕਾਰਾਂ ਨੇ ਢਾਹ ਲਿਆ, ਸੁੱਟ ਲਿਆ ਥੱਲੇ। ਤਾਂ ਹੀ ਸਤਿਗੁਰੂ ਨੂੰ ਬਾਣੀ 'ਚ ਕਹਿਣਾ ਪਿਆ ਸੀ, ਪ੍ਰਾਣੀ ਤੂੰ ਆਇਆ ਲਾਹਾ ਲੈਣ,
तू लाभ प्राप्त करने वास्ते है। लगा कित को फकड़े सब मुकदी चली रैन, उत्थे भी हुण शब्द देखो मुकदी चली रैन, कि बंदा एक रात लिए आया इत्थे। मनुख तो 70 80 90 साल गुजारदा है, पर इत्थे कहंदे ने प्राणी तू आया लाहा लैन, लगा कित को फकड़े सब मुकदी चली रैन, तेरी रैन मुकदी जा रही है। तो इसदा मीनिंग की होया फिर? इसदा मतलब है कुदम करै पछ पंखीआ दिसै नाही काल। तू कलोलां कर रहा, वकारां दे हत्थां 'च खेड रहा, पर तैनूं काल दिस ही नहीं रहा। तू इन्हां वकारां दे हत्थां 'च खेड रहा। कुदम करे पछ पंखीआ, पशु पंखी ते कलोलां करदे आ क्योंकि उन्होंने काल नहीं दिसदा, पर तेरे को तो सोझे है, तेरे को तो सुरत है, ज्ञान है, बुद्ध है, अकल है, मत है। उत्थे साथ मनुख है, फाथा माया जाल, पर नाल कहता मुकते सही भालीए जे सच्चा नाम संभाल। जो घर छड्ड गवावना सो लगा मन माही। ਜਿਹੜਾ ਘਰ सदा साडे कोल नहीं रहना, ਉਹ घर ਨੂੰ ਅਸੀਂ ਕਿੱਦਾਂ ਸਾਂਭ ਰਹੇ ਹਾਂ? ਉਹ ਕਿਹੜਾ ਘਰ ਹੈ? ਉਹ ਆਪਣਤ ਦਾ ਹੈ। ਇਸੇ ਘਰ ਨੂੰ ਆਖਿਆ ਸੀ ਨਾ ਭਗਤ ਕਬੀਰ ਜੀ ਨੇ, ਇਸੇ ਗੱਲ ਨੂੰ ਆਖੀ ਸੀ ਨਾ ਵੀ ਜੇ ਤੇਰੇ ਅੰਦਰ ਤਾਕਤ ਹੈ, ਵੀ ਜਿਹਨੂੰ ਸੱਚੀ ਉਸ ਮਾਲਕ ਨੂੰ ਮਿਲਣ ਦਾ ਚਾਹ ਹੈ, ਆਪਣੇ ਘਰ ਲਾਵੇ ਆਗ। ਪਾਂਚੋ ਲੜਕਾ ਜਾਰ ਕੈ ਰਹੇ ਰਾਮ ਲਿਵ ਲਾਗ। ਉਹ ਆਪਣੇ ਘਰ ਨੂੰ ਅੱਗ ਲਾਵੇ। ਕਿਹੜੇ ਘਰ ਨੂੰ? ਆਪਣੀ ਆਪਣਤ ਨੂੰ ਸਾੜੇ, ਆਪਣੀ ਹਉਮੈ ਈਰਖਾ ਜੈਲਸੀ ਨੂੰ ਆਪ ਖੁਦ ਲਾਂਬੂ ਲਾ ਦੇ, ਜਿਹੜਾ ਸੱਚ ਨਾਲ ਜੁੜਨਾ ਚਾਹੁੰਦਾ ਹੈ। ਜੋ ਘਰ ਛੱਡ ਗਵਾਵਣਾ, ਜਿਹੜਾ ਘਰ ਤੇਰਾ ਕਦੀ ਹੋਣਾ ਹੀ ਨਹੀਂ, ਸੋ ਲੱਗਾ ਮਨ ਮਾਹੇ, ਤੇ ਜਿੱਥੇ ਜਾਹੇ ਤੁਧ ਵਰਤਣਾ। ਜਿਹੜੀ ਚੀਜ਼ ਨਾਲ ਤੇਰਾ ਸਦਾ ਵਾਹ ਪੈਣਾ, ਸੱਤ ਸੰਤੋਖ ਦਇਆ ਧਰਮ ਤੀਜ ਆਦਿਕ ਦੇਵੀ ਗੁਣਾਂ ਨਾਲ, ਤੇ ਇਸ ਕੀ ਚਿੰਤਾ ਨਾ ਹੈ। ਤੇਰੇ ਤੇ ਬੁਢੇਪਾ ਆਉਣਾ ਹੀ ਆਉਣਾ, ਕਿਉਂਕਿ ਤੂੰ ਉਸ ਸਮੇਂ ਨੂੰ ਸਾਂਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਹੁਣ 9ਵੇਂ ਪਾਤਸ਼ਾਹ ਦੇ ਸਲੋਕਾਂ ਵਿੱਚ ਕਿੱਡੀ ਕਮਾਲ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਕਰ ਦਿੱਤੀ ਹੈ ਕਿ ਤਰ ਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ। हे ਨਾਨਕ ਆਖ, हे ਮਨਾ ਹਰੀ ਨੂੰ ਭਜ, ਕੀ ਹੋਏਗਾ? ਔਦ ਜਾਤ ਹੈ ਬੀਤ। ਤੇਰੀ ਉਮਰ ਲੰਘਦੀ ਜਾਂਦੀ, ਜਾਣੀ ਕਿ ਤੇਰਾ ਸਮਾਂ ਤੇਰੇ ਹੱਥੋਂ ਖਿਸਕਦਾ ਜਾ ਰਿਹਾ, ਲੰਘਦਾ ਜਾ ਰਿਹਾ। ਥੋੜ੍ਹਾ ਥੋੜ੍ਹਾ ਕਰਕੇ ਤੇਰੀ ਜ਼ਿੰਦਗੀ ਵਿੱਚੋਂ ਇਹ ਸਮਾਂ ਜਿਹੜਾ ਉਹ ਬੀਤਦਾ ਜਾ ਰਿਹਾ, ਲੰਘਦਾ ਜਾ ਰਿਹਾ। ਭਾਈ ਜੇ ਤੂੰ ਚਾਹੁੰਦਾ ਤੇਰੀ ਜ਼ਿੰਦਗੀ ਵਿੱਚ ਸਦਾ ਜਵਾਨੀ ਰਵੇ, ਤੇ ਇਹਦੇ ਵਾਸਤੇ ਤੈਨੂੰ ਸੱਚ ਦਾ ਪੱਲਾ ਫੜਨਾ ਪੈਣਾ। ਗੁਰਬਾਣੀ ਵਿੱਚ ਕਿੰਨੀਆਂ ਐਗਜ਼ਾਮਪਲਾਂ ਤੇ ਅਬ ਪੁੱਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਵਰ ਬਿਖਸਿਉਂ ਗਹਿ ਰਹਾ। ਤੂੰ ਆਪਣੀ ਜ਼ਿੰਦਗੀ ਜ਼ਹਿਰ ਦੇ ਨਾਲ ਸਾਂਝ ਪਾ ਕੇ ਤੇ ਸਦਾ ਤਬਾਹ ਕਰਕੇ ਬੈਠਾ ਹੋਇਆ। ਤੂੰ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ, ਆਪਣੀ ਜ਼ਿੰਦਗੀ ਨੂੰ ਵਧੀਆ ਬਣਾ। ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ ਪੇਟ ਭਰਿਓ, ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਤੂੰ ਆਪਣੀ ਇਸ ਮਨੁੱਖਾ ਦੇਹ ਦੀ ਬਾਜੀ ਹਾਰਦਾ ਜਾ ਰਿਹਾ, ਤੈਨੂੰ ਜਨਮ ਜੂਏ ਆ ਰਿਹਾ। ਜਿਵੇਂ ਇੱਕ ਮਨੁੱਖ ਜੂਏ ਵਿੱਚ ਆਪਣੀ ਸੰਪਤੀ ਨੂੰ, ਆਪਣੀ ਜਾਇਦਾਦ ਨੂੰ ਹਾਰ ਦਿੰਦਾ ਹੈ, ਤੂੰ ਆਪਣੇ ਸਮੁੱਚੇ ਜੀਵਨ ਦੇ ਜਿਹੜੇ ਚੰਗੇ ਕੰਮ ਕਰਨੇ ਸੀ, ਉਹ ਸਾਰੇ ਸਮੇਂ ਨੂੰ ਤੂੰ ਮਾਲਕ ਦਾ, ਰੱਬੀ ਗੁਣਾਂ ਦਾ ਲੜ ਛੱਡ ਕੇ ਜੀਵਨ ਵਿਅਰਥ ਗਵਾ ਲਿਆ। ਤਾਂ ਪਾਤਸ਼ਾਹ ਜੀ ਕਹਿੰਦੇ ਨੇ ਤਰ ਨਾਪੋ ਇਉਂ ਹੀ ਗਇਓ। ਇਹਨਾਂ ਸਲੋਕਾਂ ਨੂੰ ਇਸ ਤਰੀਕੇ ਨਾਲ ਸਮਝੀਏ ਆਪਾਂ ਕਿ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਫਿਜ਼ੀਕਲ ਜਵਾਨੀ ਹੈ ਤੇਰੇ ਤੇ, ਸਰੀਰਕ ਜਵਾਨੀ ਹੈ, ਉਹ ਤੇ ਸਮਾਂ ਪਾ ਕੇ ਤੇਰੇ ਤੇ ਉਹ ਤੇ ਬੁਢੇਪੇ 'ਚ ਚੇਂਜ ਹੋਣੀ ਹੈ। ਸਮਾਂ ਐਸਾ ਹੋਣਾ ਹੈ ਕਿ ਤੂੰ ਜਿੰਨਾ ਮਰਜ਼ੀ ਯਤਨ ਕਰ ਲਾ, ਜੋ ਮਰਜ਼ੀ ਤੂੰ ਆਪਣੇ ਕੋਲੋਂ ਉਪਰਾਲੇ ਕਰ ਲਾ, ਪਰ ਸਮਾਂ ਪਾ ਕੇ ਤੇਰੇ ਤੇ ਵਕਤ ਜਿਹੜਾ ਹੈ ਉਹ ਆਪਣੀ ਰਫਤਾਰ ਤੁਰਿਆ ਜਾ ਰਿਹਾ ਹੈ, ਤੇਰੇ ਤੇ ਬੁਢੇਪਾ ਆਉਣਾ ਹੀ ਆਉਣਾ ਹੈ। ਪਰ ਜਿਹੜਾ ਇਹ ਜਵਾਨੀ ਹੈ, ਜੇ ਤੂੰ ਚਾਹਵੇਂ ਤਾਂ ਸਦਾ ਸਾਂਭ ਕੇ ਰੱਖ ਸਕਦਾ ਹੈ। ਕਿੱਦਾਂ? ਜਦੋਂ ਤੇਰੇ ਕੋਲ ਗੁਣ ਹੋਣਗੇ। ਜਿਹੜੀ ਮਾਨਸਿਕ ਜਵਾਨੀ, ਜਿਹਨੂੰ ਆਤਮਿਕ ਜਵਾਨੀ ਆਪਾਂ ਕਹਿੰਦੇ ਹਾਂ, ਮਨ ਦੀ ਜਵਾਨੀ, ਮਨ ਦਾ ਜਿਹੜਾ ਤਰਨਾਪੂ ਹੈ ਜਵਾਨੀ, ਇਹ ਸਦਾ ਰਹਿ ਸਕਦੀ ਹੈ। 90 ਸਾਲ ਦੀ ਉਮਰ ਤੱਕ ਵੀ ਮਨੁੱਖ ਜਵਾਨ ਰਹਿ ਸਕਦਾ ਹੈ। ਫਿਜ਼ੀਕਲ ਜਵਾਨੀ ਸਦਾ ਨਹੀਂ ਰਹਿਣੀ, ਉਹ ਤੇ 70 80 90, ਕਿਉਂਕਿ ਬਾਣੀ 'ਚ ਲਿਖਿਆ 85 ਪੱਗ ਖਿਸੈ। ਵੇਖੋ ਜਦੋਂ ਉਮਰ ਦੀ ਵੰਡ ਕੀਤੀ ਨਾ, ਬਾਣੀ 'ਚ ਇੱਦਾਂ ਕੀਤੀ ਹੈ 10 ਬਾਲਤਨ, 10 ਤੱਕ ਤੇ ਬਾਲਤਨ ਬੱਚਾ ਹੈ, 20 ਸ਼ਰਵਣ 20 ਤੱਕ ਰਮਦਾ ਹੈ, 30 ਕਾ ਸੁੰਦਰ ਕਹਾਵੇ, 30 ਤੱਕ ਫਿਰ ਸੁੰਦਰ ਕਹਾਉਂਦਾ, 40 ਸਪੁਰ ਹੋਏ, 40 ਤੇ ਜਾ ਕੇ ਪੂਰਾ ਭਰਦਾ, 85 ਪੱਗ ਖਿਸੈ, 50 ਤੱਕ ਤੇ ਉੱਤੇ ਫਿਰ ਸਾਰਾ ਕੁਝ ਰਹਿੰਦਾ ਨਾ। 50 ਸਾਲ ਦੀ ਉਮਰ ਤੱਕ ਉੱਤੇ ਫਿਰ ਸੁੰਦਰਤਾ ਵੀ ਹੈ ਸਾਰਾ। ਪਰ ਜਦੋਂ 50 ਸਾਲ ਦੀ ਉਮਰ 'ਤੇ ਪਹੁੰਚਦਾ ਨਾ, ਫਿਰ ਉਹ ਤੋਂ ਜਿਹੜਾ 50 ਤੋਂ ਅੱਗੇ ਜਿਹੜੀ 60 ਸਾਲ ਦਾ ਜਿਹੜਾ ਟਾਈਮ ਪੀਰੀਅਡ ਹੈ ਨਾ, ਉੱਥੇ ਕਹਿੰਦੇ ਨੇ ਫਿਰ 60 ਕੇ ਬੁਢੇਪਾ ਹੈ। 50 ਤੋਂ ਬਾਅਦ ਫਿਰ ਗੱਡੀ ਤਾਂ ਚੜ੍ਹਨ ਦੀ ਬਜਾਏ ਨਾ ਗੱਡੀ ਉਤਰਨੀ ਸ਼ੁਰੂ ਹੋ ਜਾਂਦੀ ਹੈ। 50 ਤੱਕ ਗੱਡੀ ਤਾਂ ਨੂੰ ਚੜ੍ਹਦੀ ਹੈ, ਜਿਹੜੀ 50 ਸਾਲ ਦੀ ਏਜ ਹੈ ਨਾ, 10 ਸਾਲ ਤੋਂ ਲੈ ਕੇ 50 ਸਾਲ ਤੱਕ ਗੱਡੀ ਤਾਂ ਨੂੰ ਚੜ੍ਹਦੀ। ਜਦੋਂ 50 ਤੇ ਚਲੇ ਗਿਆ, ਇਹ ਗੁਰਮਤ ਨਹੀਂ, ਇਹ ਦੁਨਿਆਵੀ ਐਗਜ਼ਾਮਪਲ ਦਿੱਤੀ ਗੁਰੂ ਸਾਹਿਬ ਨੇ ਵੀ ਜਦੋਂ 50 ਸਾਲ ਦੀ ਏਜ ਤੱਕ ਤੂੰ ਜਾਣਾ, ਉਦੋਂ ਤੱਕ ਤੇ ਗੱਡੀ ਤਾਂ ਨੂੰ ਚੜ੍ਹਦੀ, ਫਿਰ 50 ਤੋਂ ਬਾਅਦ ਫਿਰ ਗੱਡੀ ਠਾਹ ਨੂੰ ਉਤਰਨੀ ਸ਼ੁਰੂ, ਪਹਾੜ ਉਤਰਨ ਲੱਗ ਪੈਂਦੀ। ਫਿਰ ਇੱਦਾਂ 60 ਕੇ ਬੁਢੇਪਾ ਹੈ, ਫਿਰ 70 ਕਾ ਮਤਹੀਣ।
ਹੁਣ ਇਹਦਾ ਅਰਥ ਇਹ ਥੋੜ੍ਹਾ ਸਾਰੇ ਮਤਹੀਣ ਥੋੜ੍ਹਾ, ਬੜੇ ਪਰਿਵਾਰਾਂ 'ਚ ਐਸੇ ਆ 80-80 90-90 ਸਾਲ ਦੇ ਬਜ਼ੁਰਗ ਮਾਤਾਵਾਂ ਬਾਪੂ ਘਰਾਂ 'ਚ ਬੈਠੇ ਆ ਜਿਹੜੇ ਸਾਰੇ ਪਰਿਵਾਰ ਦੀ ਅਜੇ ਵੀ ਅਗਵਾਈ ਕਰਦੇ ਆ। ਲੋਕ ਘਰ ਦੇ ਜੀ ਪੁੱਛ ਕੇ ਤੁਰਦੇ ਉਹਨੂੰ, ਸਾਰੇ ਇੱਕੋ ਜਿਹੇ ਨਹੀਂ ਹੈਗੇ। ਇੱਥੇ ਗੱਲ ਉਹਨਾਂ ਦੀ ਮਤਹੀਣ ਕਿਹਾ ਜਿਨ੍ਹਾਂ ਦੀ ਸੁਰਤ ਵਿੱਚ ਸੱਚ ਦਾ ਗਿਆਨ ਹੈ ਨਹੀਂ। ਉਹ ਤਾਂ ਫਿਰ ਬਜ਼ੁਰਗ ਵੀ ਹੋ ਸਕਦਾ ਅਤੇ ਉਹ ਨੌਜਵਾਨ ਵੀ ਮਤਹੀਣ ਹੋ ਸਕਦਾ। ਇੱਕ ਦੁਨਿਆਵੀ ਉਮਰ ਦੀ ਵੰਡ ਕਰਤੀ ਵੀ 70 ਕਾ ਮਤਹੀਣ, 85 ਪੱਗ ਖਿੱਸੈ, 60 ਕੇ ਬੁਢੇਪਾ ਹਾਵੈ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। ਜਦੋਂ 80 ਸਾਲ ਤੱਕ ਜਾਂਦਾ ਫਿਰ ਕੰਮ ਕਰਨ ਜੋਗਾ ਨਹੀਂ ਰਹਿੰਦਾ, ਫਿਰ ਤੁਰਨ ਫਿਰਨ ਦੀ ਤਾਕਤ ਘਟ ਜਾਂਦੀ ਹੈ। 80 ਕਾ ਵਿਵਹਾਰ ਨਾ ਪਾਵੇ, 90 ਕਾ ਸੇਜਾ ਸਣੀ, ਫਿਰ 90 ਸਾਲ ਦੀ ਉਮਰ ਤੱਕ ਸੇਜ 'ਤੇ ਪਹੁੰਚ ਜਾਂਦਾ। ਇਹ ਵੀ ਹੁਣ ਸਾਰਿਆਂ 'ਤੇ ਨਹੀਂ ਢੁਕਦੀ। ਕੋਈ ਤੁਸੀਂ 95 ਸਾਲ ਦੀ ਉਮਰ ਦੇ ਬੰਦੇ ਵੀ ਤੁਰੇ ਫਿਰਦੇ ਤੁਹਾਨੂੰ ਵੇਖਣਗੇ, ਆਪਣੀਆਂ ਸਰੀਰਕ ਕਿਰਿਆਵਾਂ ਆਪੇ ਕਰਦੇ ਆ, ਰੋਟੀ ਪਾਣੀ ਖਾ ਲੈਂਦੇ ਆ। ਕਈ ਬੰਦੇ 80 85 ਸਾਲ ਤੱਕ ਵੀ ਆਪਣੇ ਕੰਮ ਖੁਦ ਕਰ ਲੈਂਦੇ ਨੇ। ਸਾਰਿਆਂ 'ਤੇ ਗੱਲਾਂ ਨਹੀਂ ਢੁਕਦੀਆਂ, ਪਰ ਇੱਥੇ ਵੰਡ ਕਰ ਦਿੱਤੀ ਨਾ ਬੰਦੇ ਦੀ ਉਮਰ ਦੀ ਕਿ 10 ਬਾਲਤਨ 20 ਸਰਵਣ, 30 ਕਾ ਸੁੰਦਰ ਕਹਾਵੈ, 40 ਸਪੁਰ ਹੋਏ, 85 ਪੱਗ ਖਿਸੈ। ਜਦੋਂ 50 ਸਾਲ ਦੀ ਉਮਰ ਤੋਂ ਅੱਗੇ 51ਵਾਂ ਸਾਲ ਸ਼ੁਰੂ ਹੋ ਜਾਣਾ ਫਿਰ ਗੱਡੀ ਠਾਹ ਨੂੰ ਉਤਰ ਲੱਗ ਪੈਂਦੀ ਹੈ। ਫਿਰ 60 ਕੇ ਬੁਢੇਪਾ ਆਵੈ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। ਜਦੋਂ 80 ਸਾਲ ਤੱਕ ਜਾਂਦਾ ਫਿਰ ਕੰਮ ਕਰਨ ਦੀ ਤਾਕਤ ਨਹੀਂ ਰਹਿ ਜਾਂਦੀ ਮਨੁੱਖ ਦੀ, ਫਿਰ ਚਾਹੁੰਦਾ ਕਿ ਬੈਠੇ ਮੇਰੀ ਕੋਈ ਸੇਵਾ ਸੰਭਾਲ ਕਰ ਜਾਵੇ। ਪਰ ਸਾਰਿਆਂ 'ਤੇ ਫਿਰ ਇਹ ਗੱਲਾਂ ਨਹੀਂ ਢੁਕਦੀਆਂ। ਬਹੁਤ ਬਜ਼ੁਰਗ ਐਸੇ ਹੈਗੇ ਆ ਜਿਹੜੇ ਪਿਛਲੀ ਉਮਰੇ ਆਣ ਕੇ ਵੀ ਪੂਰੇ ਆਪਣੇ ਕੰਮਕਾਰ ਆਪਣੇ 'ਤੇ ਕਰਦੇ ਕਰਦੇ ਦੂਜਿਆਂ ਦੀ ਹੈਲਪ ਕਰਨ ਦੀ ਵੀ ਤਾਕਤ ਰੱਖਦੇ ਆ। ਸੱਚ ਹੈ ਇਹ ਗੱਲ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਸਾਂਭਿਆ, ਸਰੀਰ ਉਹਨਾਂ ਦਾ ਫਿੱਟ ਹੈ, ਪੂਰਾ ਤੁਰੇ ਫਿਰਦੇ। ਅਤੇ ਕਈ ਬੰਦੇ ਤੁਸੀਂ 20 25 30 35 ਸਾਲ ਤੱਕ ਵੀ ਬਜ਼ੁਰਗ ਹੋ ਜਾਂਦੇ। ਹੁਣ ਅਮਰੀਕਾ ਵਰਗੀਆਂ ਕੰਟਰੀਆਂ 'ਚ 90 92 ਸਾਲ ਦੀਆਂ ਜਿਹੜੀਆਂ ਵਾ ਉੱਥੇ ਬੀਬੀਆਂ ਉਹ ਸਟੋਰਾਂ ਵਿੱਚ ਕੰਮ ਕਰਦੀਆਂ। ਕਈ ਬੰਦੇ ਭੱਜੇ, ਤੁਹਾਨੂੰ ਲੱਗਦਾ ਹੀ ਨਹੀਂ ਕਿ ਉਹਨਾਂ ਦੀ ਇੰਨੀ ਏਜ ਹੋਏਗੀ, ਕੰਮ ਕਰਦੇ ਅਗਲੇ। ਸਾਡੇ ਸਮਾਜ 'ਚ ਸੁਰਤ ਇੱਦਾਂ ਦੀ ਗੱਲ ਬਣ ਗਈ ਹੈ ਵੀ ਜਿਹੜਾ ਬੰਦਾ ਆਪਾਂ ਕਹਿੰਦੇ ਕੰਮ ਨਹੀਂ ਕਰਦਾ ਮਤਲਬ ਸੁੱਖ ਵਾ। ਨਹੀਂ, ਜਦੋਂ ਤੱਕ ਤੁਹਾਡੀ ਬਾਡੀ ਵਿੱਚ ਐਨਰਜੀ ਆ ਤੁਸੀਂ ਕੰਮ ਕਰਦੇ ਰਹੋ। ਕੰਮ ਕਰਦਿਆਂ ਮਨੁੱਖ ਸਗੋਂ ਛੋਟਾ ਨਹੀਂ ਹੁੰਦਾ, ਮਨੁੱਖ ਕੰਮ ਕਰਦਿਆਂ ਵੱਡਾ ਹੁੰਦਾ ਹੈ। ਕਿਉਂਕਿ ਜਦੋਂ ਤੁਸੀਂ ਥੋੜ੍ਹਾ ਬਹੁਤਾ ਕੰਮ ਕਰਦੇ ਆ, ਜਦੋਂ ਤੱਕ ਬੰਦੇ ਕੋਲ ਤਾਕਤ ਹੈਗੀ ਨਾ, ਥੋੜ੍ਹਾ ਬਹੁਤਾ ਬੰਦੇ ਨੂੰ ਹੱਥ ਪੈਰ ਹਿਲਾਉਣਾ ਹੀ ਚਾਹੀਦਾ ਹੈ। ਲਾਉਂਦੇ ਲੋਕ ਇਹ ਐਕਸਰਸਾਈਜ਼ ਹੈ, ਵਰਜਿਸ਼ ਹੈ, ਮਨੁੱਖ ਜਿਹੜਾ ਅੱਗੇ ਵੱਧਦਾ। ਤਾਂ ਖੈਰ 80 ਕਾ ਵਿਹਾਰ ਨਾ ਪਵੇ, 90 ਕਾ ਸੇਜਾ ਸਣੀ, ਮੂਲ ਨਾ ਜਾਣੇ ਅੱਪ ਬਲ। ਹੁਣ ਜਦੋਂ 90 ਤੋਂ ਬਾਅਦ ਫਿਰ ਗੱਲ ਸਿਖਰ 'ਤੇ ਪਹੁੰਚ ਗਈ। ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜੱਗ ਧੂਏ ਕਾ ਧੌਲ ਆ ਰੇ। ਜਿਵੇਂ ਧੂੰਆਂ ਨਹੀਂ ਵਗਦਾ ਨੂੰ ਲੱਕੜਾਂ ਦੀ ਅੱਗ ਬਾਲੀਏ, ਅਤੇ ਉਹ ਜਦੋਂ ਧੂੰਆਂ ਜਿਹਾ ਆਕਾਸ਼ ਵਿੱਚ ਚਲਾ ਜਾਂਦਾ ਅਤੇ ਵੇਖਣ ਨੂੰ ਬੱਦਲ ਲੱਗਦੇ ਆ, ਪਰ ਹਵਾ ਵਗਦੀ ਅਤੇ ਕਿਤੇ ਨਾ ਕਿਤੇ ਉੱਡ ਕੇ ਚਲਾ। ਬਸ ਆਹ ਖੇਡ ਹੈ ਮਨੁੱਖ ਦੀ। ਪਰ ਗੱਲ ਫਿਰ ਉੱਥੇ ਆਉਂਦੀ ਹੈ, ਇਹ ਦੁਨਿਆਵੀ ਗੁਰੂ ਸਾਹਿਬ ਜੀ ਨੇ ਇੱਕ ਨਕਸ਼ਾ ਖਿੱਚ ਦਿੱਤਾ, ਪਰ ਸਾਰਿਆਂ 'ਤੇ ਗੱਲਾਂ ਨਹੀਂ ਢੁਕਦੀਆਂ। ਗੱਲ ਫਿਰ ਉੱਥੇ ਆਉਂਦੀ ਵੀ ਬੁਢੇਪਾ, ਫਿਜ਼ੀਕਲ ਸਰੀਰਕ ਬੁਢੇਪਾ ਤਾਂ ਸਮੇਂ ਨਾਲ ਆਉਣਾ ਹੀ ਆਉਣਾ। ਪਰ ਇਹਦੇ ਵਿੱਚ ਵੀ ਜਦੋਂ ਤੇਰਾ ਮਨ ਜਵਾਨ, ਵੇਖੋ ਇਹ ਦੋਵੇਂ ਗੱਲਾਂ, ਜੇ ਤੇਰੇ ਮਨ ਵਿੱਚ ਜਵਾਨੀ ਹੈ ਨਾ, ਤੂੰ ਤਨ ਦੀ ਜਵਾਨੀ ਵੀ ਸਾਂਭ ਕੇ ਰੱਖ ਸਕਦਾ। ਜਿਨ੍ਹਾਂ ਦੇ ਮਨ ਜਵਾਨ ਹੁੰਦੇ ਆ ਉਹ ਮਨੁੱਖ ਤੁਸੀਂ ਵੇਖਿਆ 80 90 ਸਾਲ ਤੱਕ ਵੀ ਉੱਡਦੇ ਫਿਰਦੇ ਆ। ਅਤੇ ਜਿਨ੍ਹਾਂ ਦੇ ਮਨ ਬਜ਼ੁਰਗ ਹੋ ਜਾਂਦੇ ਆ, ਜਿਨ੍ਹਾਂ ਦੇ ਮਨ ਵਿੱਚੋਂ ਜਵਾਨੀ ਚਲੇ ਜਾਂਦੀ ਆ, ਉਹ ਤਾਂ ਫਿਰ 80 90 70 ਸਾਲ ਦੀ ਉਮਰ ਤੱਕ ਵੀ ਬੁੱਢਿਆਂ ਵਾਂਗੂ ਆਪਣਾ ਜੀਵਨ ਗੁਜ਼ਾਰਦੇ ਆ, ਬਜ਼ੁਰਗਾਂ ਵਾਂਗੂ। ਯਾਨੀ ਕਿ ਉਹਨਾਂ 'ਤੇ ਬੁਢੇਪਾ ਆਉਣਾ ਹੀ ਆਉਣਾ। ਵਕਾਰਾਂ ਦਾ ਬੁਢੇਪਾ ਦੀ ਗੱਲ ਹੋ ਰਹੀ ਹੈ ਇੱਥੇ, ਨਹੀਂ ਤਾਂ ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀਂ, ਜਿਨ੍ਹਾਂ ਦੇ ਅੰਦਰ ਹਰੀ ਦੀ ਸੁਰਤ ਹੀ ਹੈ ਨਹੀਂ, ਜਿਨ੍ਹਾਂ ਨੇ ਰੱਬੀ ਗੁਣ ਨਹੀਂ ਗਾਏ। ਜਿਵੇਂ ਪਾਤਸ਼ਾਹ ਜੀ ਨੇ ਕਿਹਾ, ਤਰਨ ਆਪੋ ਜਵਾਨੀ ਇਉਂ ਹੀ ਗਇਓ। ਗੁਣਾਂ ਵਾਲੀ ਜਵਾਨੀ, ਰੱਬੀ ਯਾਦ ਵਾਲੀ ਜਵਾਨੀ, ਜਿਹੜੀ ਸੱਚ ਨਾਲ ਜੁੜ ਕੇ ਉਹਨਾਂ ਵਿੱਚ ਜੋਸ਼ ਪੈਦਾ ਹੋਣਾ ਸੀ। ਜਵਾਨੀ ਜਿਹੜਾ ਬੰਦਾ ਉੱਡਦਾ ਫਿਰਦਾ, ਜਦੋਂ ਮਨੁੱਖ ਦੇ ਕੋਲ ਰੱਬੀ ਗੁਣ ਹੁੰਦੇ ਆ, ਸੱਤ ਸੰਤੋਖ, ਦਇਆ, ਧਰਮ, ਧੀਰਜ, ਮਨੁੱਖ ਨੇ ਇਹਨਾਂ ਦੀ ਖੁਰਾਕ ਖਾਧੀ ਹੋਵੇ ਮਨ ਨੇ, ਅਤੇ ਕਦੀ ਮਨ ਢਹਿੰਦੀ ਕਲਾ ਜਾਂਦਾ, ਫਿਰ ਉੱਡਦਾ ਨਹੀਂ ਫਿਰਦਾ ਬੰਦਾ। ਹਰ ਕੰਮ ਚਾਈ ਕਰਦਾ ਫਿਰਦਾ ਬੰਦਾ, ਖਿੜਿਆ ਜੀਵਨ ਦੇ ਵਿੱਚ ਰਹਿੰਦਾ। ਅਤੇ ਵੈਸੇ ਇੱਕ ਬੇਨਤੀ ਕਰਾਂ, ਖੇੜਾ ਬੜੀ ਵੱਡੀ ਚੀਜ਼ ਹੈ। ਮੈਂ ਇੱਕ ਵਿਦਵਾਨ ਦੀ ਕਿਤਾਬ ਪੜ੍ਹ ਰਿਹਾ ਸੀ, ਉਹ ਕਹਿੰਦਾ ਤੁਸੀਂ ਕਿਸੇ ਡਾਕਟਰ ਕੋਲ ਵੀ ਮੈਡੀਸਨ ਲੈਣ ਜਾਣਾ ਹੈ ਨਾ, ਕੋਸ਼ਿਸ਼ ਕਰੋ ਕਿ ਉਸ ਡਾਕਟਰ ਕੋਲੋਂ ਮੈਡੀਸਨ ਲਓ, ਉਸ ਕੋਲੋਂ ਇਲਾਜ ਕਰਾਓ ਜਿਹੜਾ ਖੁਦ ਹਸਮੁਖ ਆ। ਕਿਉਂਕਿ ਜਿਹੜਾ ਖੁਦ ਹਸਮੁਖ ਹੈ ਨਾ, ਅੱਧਾ ਇਲਾਜ ਉਹਦੀ ਮੈਡੀਸਨ ਨੇ ਕਰਨਾ ਅਤੇ ਅੱਧਾ ਇਲਾਜ ਤੁਹਾਨੂੰ ਉਹਦੇ ਚਿਹਰੇ ਨੇ, ਤੁਹਾਡੇ ਉਹਦੀਆਂ ਗੱਲਾਂ ਨੇ ਤੁਹਾਨੂੰ ਇੱਦਾਂ ਹੀ ਠੀਕ ਕਰ ਦੇਣਾ। ਲੁਧਿਆਣੇ ਉੱਥੇ ਸਾਡੇ ਇੱਕ ਡਾਕਟਰ ਆ ਹੋਮਿਓਪੈਥਿਕ ਦਾ, ਅਤੇ ਉਹਦੇ ਕੋਲ ਨਾ ਕਈ ਮਰੀਜ਼ ਜਾਂਦੇ ਨੇ, ਅਤੇ ਮੈਂ ਕਈ ਵਾਰੀ ਵੇਖਦਾ ਹੁੰਦਾ ਵੀ ਉਹ ਪਹਿਲਾਂ ਤਾਂ ਉਹ ਕੋਸ਼ਿਸ਼ ਕਰਦਾ ਕਿ ਮੈਡੀਸਨ ਮੈਂ ਨਾ ਹੀ ਦੇਵਾਂ, ਵੀ ਗੱਲਾਂ ਨਾਲ ਇਹਨੂੰ ਮੈਂ ਠੀਕ ਕਰ ਦੇਵਾਂ, ਹਾਸੇ ਨਾਲ ਹੀ ਠੀਕ ਕਰ ਦੇਵਾਂ। ਕਿਉਂਕਿ ਬਿਮਾਰੀਆਂ ਬਹੁਤੀਆਂ ਹੁੰਦੀਆਂ ਨਹੀਂ, ਅਸੀਂ ਆਪ ਹੀ ਬਿਮਾਰੀਆਂ ਨੂੰ ਮੰਨ ਕੇ ਬਹਿ ਜਾਂਦੇ ਹਾਂ। ਅੱਜ ਤੁਸੀਂ ਕਿਸੇ ਨੂੰ ਪੁੱਛ ਕੇ ਵੇਖ ਲਓ, ਬੰਦੇ ਦਾ ਸਿਰ ਦਰਦ ਹੋ ਰਿਹਾ ਹੋਵੇ ਅਤੇ ਮਨੁੱਖ ਨੇ ਕਹਿਣਾ ਮੇਰਾ BP ਵਧਿਆ ਜਾਂ ਘਟਿਆ, ਵੀ ਹੱਦ ਹੋ ਗਈ, ਤੂੰ ਡਾਕਟਰ ਥੋੜ੍ਹਾ, ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੈ। ਮਤਲਬ ਮਨੁੱਖ ਅੱਧਿਓਂ ਜ਼ਿਆਦਾ ਆਪ ਹੀ ਡਾਕਟਰ ਬਣ ਕੇ ਨਾ
ਤੇ ਆਪਣੇ ਵੱਲੋਂ ਹੀ ਅੰਦਾਜ਼ੇ ਲਾ ਲਾ ਕੇ ਦੱਸਦਾ ਕਿ ਆਹ ਬਿਮਾਰੀ ਹੈ। ਡਾਕਟਰ ਨੂੰ ਤਾਂ ਉਹਨਾਂ ਗੱਲਾਂ ਦਾ ਪਤਾ ਵੀ ਨਹੀਂ ਹੁੰਦਾ ਜਿੰਨਾ ਮਨੁੱਖ ਆਮ ਬੰਦਾ ਕੋਰਸ ਕਰਕੇ ਬੈਠਾ। ਤਾਂ ਇਸੇ ਕਰਕੇ ਅੱਜ ਪ੍ਰੋਬਲਮ ਆ ਰਹੀਆਂ। ਖੁਸ਼ੀ ਖੇੜਾ ਬਹੁਤ ਵੱਡੀ ਇੱਕ ਦਾਤ ਹੈ ਸਾਨੂੰ ਜਿਹੜੀ ਉਸ ਮਾਲਕ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ। ਤੋ ਉਸ ਵਿਦਵਾਨ ਦੀ ਮੈਂ ਕਿਤਾਬ ਪੜ੍ਹ ਰਿਹਾ ਸੀ, ਉਹ ਕਹਿ ਰਿਹਾ ਸੀ ਵੀ ਇੱਕ ਔਰਤ ਹੈ, ਉਹਨੂੰ ਸਾਰਿਆਂ ਨੇ ਕਹਿ ਦਿੱਤਾ ਵੀ ਹੁਣ ਤੂੰ ਠੀਕ ਨਹੀਂ ਹੋਣਾ, ਪਰ ਉਹਨੂੰ ਕਿਸੇ ਨੇ ਕਿਹਾ ਵੀ ਨਹੀਂ, ਕਦੀ ਵੀ ਮਨੁੱਖ ਨੂੰ ਢਹਿੰਦੀ ਕਲਾ 'ਚ ਨਹੀਂ ਜਾਣਾ ਚਾਹੀਦਾ। ਤੂੰ ਆਪਣੇ ਬ੍ਰੇਨ ਨੂੰ ਇੱਕ ਮੈਸੇਜ ਦੇ ਤੇ ਇੱਕ ਕੋਸ਼ਿਸ਼ ਕਰ ਵੀ ਇੱਕ ਦਿਨ 'ਚ 3 ਵਾਰ ਤੂੰ ਖੁੱਲ੍ਹ ਕੇ ਹੱਸਣਾ, ਖੇੜਾ ਲੈ ਕੇ ਆਉਣਾ। ਇੱਕ ਹੁੰਦਾ ਨਾ ਵਜ੍ਹਾ ਹੱਸਣ ਦੀ, ਜੇ ਨਹੀਂ ਵੀ ਵਜ੍ਹਾ ਹੈਗੀ ਨਾ, ਤੂੰ ਆਪਣੇ ਕਮਰੇ ਚਲ ਜਾ ਰੂਮ 'ਚ, ਤੇ ਰੂਮ 'ਚ ਇਕੱਲੀ ਹੱਸ। ਜਿੰਨਾ ਤੂੰ ਖੁੱਲ੍ਹ ਕੇ ਹੱਸੇਗੀ ਨਾ, ਤੇਰੇ ਗੁਰਦੇ ਵਧੀਆ ਰਹਿਣਗੇ, ਤੇਰੀ ਸਕਿਨ ਵਧੀਆ ਰਹੇਗੀ, ਤੇਰੀ ਪਾਚਨ ਸ਼ਕਤੀ ਵਧੇ। ਤੁਸੀਂ ਵੇਖੋ ਜਿਹੜੇ ਬੰਦੇ ਖੁੱਲ੍ਹ ਕੇ ਹੱਸਦੇ ਹੋਣ, ਉਹਨਾਂ ਦਾ ਲੀਵਰ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ, ਐਂ ਖਿੜੇ ਜਿਹੜੇ ਮਨੁੱਖ ਰਹਿੰਦੇ ਨੇ ਸਦਾ। ਅਤੇ ਇਹ ਜਿਹੜੀ ਖੁਸ਼ੀ ਆ ਨਾ, ਇਹਦਾ ਸੰਬੰਧ ਦੁਨੀਆ ਦੇ ਪਦਾਰਥਾਂ ਨਾਲ ਨਹੀਂ ਹੈਗਾ। ਕਈ ਤੁਹਾਨੂੰ ਕਰੋੜਾਂਪਤੀ ਬੰਦੇ ਵੀ ਕਲਪੇ ਨਜ਼ਰ ਆਉਣਗੇ, ਅਤੇ ਕਈ ਤੁਹਾਨੂੰ ਸਧਾਰਨ ਜਿਹੇ ਬੰਦੇ ਰਿਕਸ਼ੇ 'ਤੇ ਜਾ ਰਹੇ ਹੋਣਗੇ, ਸਵਾਰੀਆਂ ਖਿੱਚ ਰਹੇ ਹੋਣਗੇ, ਤਾਂ ਵੀ ਚਿਹਰੇ 'ਤੇ ਮੁਸਕਰਾਹਟ ਹੋਏਗੀ। ਅਤੇ ਕਈ ਬੰਦੇ ਤੁਹਾਨੂੰ ਬਹੁਤ ਮਹਿੰਗੀਆਂ ਗੱਡੀਆਂ 'ਚ ਬੈਠ ਕੇ ਵੀ ਤੇ ਖਿਜੇ ਤੁਹਾਨੂੰ ਨਜ਼ਰ ਆਉਣਗੇ। ਖੁਸ਼ੀ ਦਾ ਸੰਬੰਧ ਜਿਹੜਾ ਨਾ, ਉਹ ਤੁਹਾਡੇ ਅੰਦਰ ਨਾਲ ਹੈ। ਅਤੇ ਖੁਸ਼ੀ ਇੱਕ ਬੜੀ ਵੱਡੀ ਅਮੋਲਕ ਦਾਤ ਸਾਨੂੰ ਉਸ ਮਾਲਕ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ। ਇਹਨੂੰ ਸਾਂਭੀਏ ਨਾ ਸਾਂਭੀਏ, ਮਰਜ਼ੀ ਸਾਡੀ ਆਪਣੀ ਹੈ। ਤੋ ਉਹ ਜਿਹੜੀ ਔਰਤ ਸੀ, ਜਦੋਂ ਉਹਨੇ ਉਹ ਥੋੜ੍ਹੇ ਸਮੇਂ ਲਈ ਉਹ ਚੀਜ਼ ਆਪਣੇ ਜੀਵਨ 'ਚ ਲਾਗੂ ਕਰਕੇ ਵੇਖੀ ਵੀ ਇੱਕ ਦਿਨ 'ਚ ਘੱਟ ਤੋਂ ਘੱਟ, ਵੱਧ ਜਿੰਨਾ ਵਾਰ ਮਰਜ਼ੀ ਹੱਸੋ, ਪਰ ਘੱਟ ਤੋਂ ਘੱਟ 3 ਵਾਰ ਮੈਂ ਆਪਣੇ ਇੱਕ ਦਿਨ ਦੇ ਵਿੱਚ ਹੱਸਣਾ ਵਾ, ਭਾਵੇਂ ਕਿਸੇ ਬਹਾਨੇ ਹੱਸਾਂ। ਤਾਂ ਉਹ ਆਦਤ ਇੱਦਾਂ ਦੀ ਪੈ ਗਈ ਵੀ ਕਹਿੰਦੇ ਉਹ ਇਕੱਲੀ ਬੀਬੀ ਨਹੀਂ ਸੀ ਹੱਸਦੀ, ਉਹਦੇ ਪਰਿਵਾਰ 'ਚ 3 ਵਾਰ ਹੱਸਣ ਨਾਲ ਉਹਦਾ ਪਰਿਵਾਰ, ਉਹਦੇ ਬੱਚੇ, ਉਹਦਾ ਪਤੀ ਵੀ ਹੱਸਣ ਲੱਗ ਪਿਆ। ਅਤੇ ਜਦੋਂ ਕਿਤੇ ਗੱਲ ਚੱਲਣੀ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਪੁੱਛ ਲੈਣਾ ਵੀ ਅੱਜ ਆਪਾਂ ਕਿੰਨੀ ਵਾਰ ਹੱਸੇ ਹਾਂ, ਅਤੇ ਇਸ ਗੱਲ ਤੋਂ ਵੀ ਹਾਸਾ ਪੈ ਜਾਣਾ। ਤੂੰ ਹੌਲੀ ਹੌਲੀ ਹੱਸਦਿਆਂ ਉਹ ਬਿਮਾਰੀ ਸਦਾ ਵਾਸਤੇ ਉਹਨਾਂ ਦੇ ਜੀਵਨ 'ਚੋਂ ਕੂਚ ਕਰ ਗਈ, ਖਤਮ ਹੋ ਗਈ। ਇਹਦਾ ਮਤਲਬ ਹਾਸਾ ਕਿੱਡੀ ਵੱਡੀ ਦਾਤ ਹੈ, ਜਿਹੜਾ ਅੱਜ ਸਾਡੇ ਕੋਲ ਹੈ ਹੀ ਨਹੀਂ। ਇਹ ਹਾਸਾ ਪੈਸੇ ਨਾਲ ਥੋੜ੍ਹਾ ਮਿਲਦਾ ਹੈ, ਨਾ। ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਆਪਣੀ ਜ਼ਿੰਦਗੀ 'ਚ ਪੈਦਾ ਕਰਨੀਆਂ ਪੈਂਦੀਆਂ ਨੇ। ਚੰਗੇ ਕੰਮ ਕਰਨ ਦੀ ਆਦਤ ਪਾਓ, ਕਿਸੇ ਦਾ ਸਵਾਰ ਕੇ ਹੱਸੋ, ਆਪਣੇ ਰੋਜ਼ ਬ੍ਰੇਨ ਨੂੰ ਮੈਸੇਜ ਦਿਓ ਕਿ ਮੈਂ ਚੰਗਾ ਕੰਮ ਕਰਨਾ। ਜਦੋਂ ਤੁਸੀਂ ਰੋਜ਼ ਹੱਸੋਗੇ, ਫਿਰ ਜਵਾਨੀ ਆ ਜਾਊਗੀ ਨਹੀਂ। ਫਿਰ ਇਹ ਤਰਨਾਪੋ ਇਉਂ ਹੀ ਗਏ ਹੋ, ਇਹ ਤਰਨਾਪੋ ਇੱਦਾਂ ਨਹੀਂ ਜਾਊਗਾ ਕਦੀ, ਨਾ। ਫਿਰ ਤੁਹਾਡੇ ਤਾਂ 90 ਸਾਲ ਤੱਕ ਵੀ ਜਵਾਨੀ, 80 ਐ ਫੱਟੇ ਤੇ ਲੰਮੇ ਪੈਣ ਤੱਕ ਜਵਾਨੀ ਖਿੜੇ। ਕਈ ਤੁਸੀਂ ਬਜ਼ੁਰਗ ਹੱਸਦੇ ਨਜ਼ਰ ਆਉਣਗੇ, ਇੱਦਾਂ ਕਹਿਣਗੇ, ਪੁੱਤ ਤੂੰ ਤੇ ਉਹਨੇ ਦੁੱਖ ਤਕਲੀਫਾਂ ਵੇਖੀਆਂ ਨਹੀਂ ਜਿੰਨੀਆਂ ਮੈਂ ਵੇਖੀਆਂ ਨੇ। ਤੁਹਾਨੂੰ ਤੇ ਖਾਣ ਲਈ ਚੰਗਾ, ਪਹਿਨਣ ਲਈ ਚੰਗਾ, ਹਰ ਇੱਕ ਚੀਜ਼ ਚੰਗੀ ਮਿਲਦੀ, ਸਾਨੂੰ ਤੇ ਚੀਜ਼ਾਂ ਮਿਲੀਆਂ ਨੇ, ਪਰ ਤਾਂ ਵੀ ਅਸੀਂ ਖਿੜੇ ਹਾਂ, ਬਾਗੋ ਬਾਗ ਹਾਂ ਆਪਣੇ ਜੀਵਨ ਦੇ ਵਿੱਚ। ਤਾਂ ਪਿਆਰਿਓ, ਇੱਕ ਚੀਜ਼ ਨੋਟ ਕਰਿਓ, ਇਹ ਜਿਹੜਾ ਹਾਸਾ, ਜਿਹੜੀ ਖੁਸ਼ੀ ਆ, ਐਵੇਂ ਥੋੜ੍ਹਾ ਸਤਿਗੁਰ ਨੇ ਆਖਿਆ ਸੀ, ਨਾਨਕ ਭਗਤਾਂ ਸਦਾ ਵਿਗਾਸ। ਜਿਹੜਾ ਸਦਾ ਵਿਗਾਸ ਵਾਲਾ ਸ਼ਬਦ ਆ ਨਾ, ਇਹ ਜ਼ਿੰਦਗੀ 'ਚ ਆਪਣੇ ਪੱਲੇ ਬੰਨ੍ਹ ਲਓ, ਜੇ ਜ਼ਿੰਦਗੀ 'ਚ ਆਪਾਂ ਵਧੀਆ ਰਹਿਣਾ ਚਾਹੁੰਦੇ। ਤੁਸੀਂ ਹੱਸਣ ਵਾਲਾ ਬੰਦਾ ਪਾਣੀ ਪੀਵੇ ਨਾ, ਅਤੇ ਘਿਓ ਨਾਲੋਂ, ਬਦਾਮਾਂ ਨਾਲੋਂ ਵੱਧ ਖੁਰਾਕ ਲੱਗਦੀ ਉਹਨੂੰ। ਅਤੇ ਜਿਹੜਾ ਬੰਦਾ ਬਦਾਮ ਖਾਈ ਜਾਵੇ ਰਾਤ ਭੇਂ ਕੇ, ਮੈਂ ਕਹਿੰਦਾ ਜਿੰਨੀ ਮਰਜ਼ੀ ਚੰਗੀ ਖੁਰਾਕ ਖਾਈ ਜਾਵੇ, ਜੋ ਮਰਜ਼ੀ ਚੰਗੇ ਪਕਵਾਨ ਖਾਈ ਜਾਵੇ, ਪਰ ਜੇ ਉਹ ਅੰਦਰੋਂ ਖੁਸ਼ ਨਹੀਂ ਨਾ ਰਹਿੰਦਾ, ਉਹ ਸਾਰੀ ਖੁਰਾਕ ਉਹਦੀ ਪਾਣੀ ਬਣਦੀ ਜਾਣੀ ਹੈ। ਅਤੇ ਸਿਆਣੇ ਡਾਕਟਰ ਤਾਂ ਇੱਦਾਂ ਹੀ ਆ ਵੀ ਉਹ ਮੈਡੀਸਨ ਘੱਟ ਦਿੰਦੇ, ਕਹਿੰਦੇ ਬੰਦੇ ਆਪਣੇ ਆਪ ਨੂੰ ਨਾ, ਤੇਰੇ ਵਿੱਚ ਬੜੀ ਵੱਡੀ ਪਾਵਰ ਹੈ, ਆਪਣੇ ਬ੍ਰੇਨ ਨੂੰ ਚੰਗਾ ਮੈਸੇਜ ਦੇ, ਤੂੰ ਹਾਲਾਤਾਂ ਨਾਲ ਲੜਨ ਦੀ ਜਾਚ ਸਿੱਖ ਲਾ, ਤੂੰ ਚੜ੍ਹਦੀ ਕਲਾ 'ਚ ਰਹਿ ਕੇ ਆਪਣਾ ਜੀਵਨ ਗੁਜ਼ਾਰ ਸਕਦਾ ਹੈ। ਬਿਮਾਰ ਤੋਂ ਬਿਮਾਰ ਬੰਦਾ, ਮੈਂ ਕੱਲ੍ਹ ਨਾਲੋਂ ਠੀਕ ਹਾਂ, ਮੈਂ ਕੱਲ੍ਹ ਨਾਲੋਂ ਠੀਕ ਹਾਂ, ਮੈਂ ਕੱਲ੍ਹ ਨਾਲੋਂ ਠੀਕ ਹਾਂ, ਇੱਦਾਂ ਕਹਿ ਕੇ ਤੂੰ ਬਿਲਕੁਲ ਤੰਦਰੁਸਤ ਤੇ ਠੀਕ ਹੋ ਜਾਣਾ। ਕਦੀ ਆਪਣੇ ਬ੍ਰੇਨ ਨੂੰ ਢਹਿੰਦੀ ਕਲਾ ਦਾ ਮੈਸੇਜ ਨਹੀਂ ਦੇਣਾ। ਮੈਂ ਕਹਿੰਦਾ ਜਿਹੜਾ ਸਟੂਡੈਂਟ ਪੜ੍ਹਦਾ ਵੀ ਹੈ ਨਾ, ਉਹ ਵੀ ਆਪਣੇ ਆਪ ਨੂੰ ਕਹੇ ਕੱਲ੍ਹ ਨਾਲੋਂ ਮੇਰੀ ਰਾਈਟਿੰਗ ਵਧੀਆ ਹੈ, ਕੱਲ੍ਹ ਨਾਲੋਂ ਮੈਂ ਕੁਝ ਥੋੜ੍ਹਾ ਜਿਹਾ ਵਧੀਆ ਪੜ੍ਹਿਆ ਹਾਂ। ਹੌਲੀ ਹੌਲੀ ਕਰਕੇ ਤੁਸੀਂ ਵਧੀਆ ਇਨਸਾਨ ਬਣ ਸਕਦੇ ਹੋ, ਜਿੱਦਾਂ ਦੇ ਤੁਸੀਂ ਆਪਣੇ ਮਨ ਵਿੱਚ ਵਿਚਾਰ ਪਾਉਂਦੇ ਹੋ। ਹੁਣ ਜਿਹੜਾ ਬੰਦਾ ਸੋਚ ਉਲਟਾ ਰਿਹਾ ਅਤੇ ਕਹੇ ਮੈਨੂੰ ਸੁੱਖ ਮਿਲ ਜਾਏ, ਸਵਾਲ ਹੀ ਨਹੀਂ ਪੈਦਾ ਹੁੰਦਾ। ਤੁਸੀਂ ਸੋਚੋਗੇ ਚੰਗਾ ਅਤੇ ਤੁਹਾਨੂੰ ਸੁੱਖ ਵੀ ਪ੍ਰਾਪਤ ਹੋਏਗਾ। ਤੁਹਾਡੀ ਸੋਚ ਵਿੱਚੋਂ ਹੀ ਤੁਹਾਡੇ ਕਰਮਾਂ ਨੇ ਜਨਮ ਲੈਣਾ। ਜੋ ਤੁਸੀਂ ਸੋਚਿਆ ਉਹ ਇੱਕ ਦਿਨ ਹੋਏਗਾ। ਸੋਚੋ ਚੰਗਾ, ਹੋਏਗਾ ਚੰਗਾ। ਅਤੇ ਇਸ ਕਰਕੇ ਆਪਣੀ ਇਹ ਜਿਹੜੀ ਸਾਡੇ ਕੋਲ ਫੈਕਟਰੀ ਆ ਨਾ ਵਿਚਾਰਾਂ ਦੀ, ਇੱਥੇ ਪਾਠ ਤਿਆਰ ਹੁੰਦੇ ਆ ਸਾਡੇ। ਇਹ ਪਾਠ ਵਧੀਆ ਤਰੀਕੇ ਨਾਲ ਤਿਆਰ ਕਰੀਏ, ਸਬਰ, ਸੰਤੋਖ, ਦਇਆ, ਧਰਮ, ਧੀਰਜ। ਇਹਦੇ ਨਾਲ ਫਿਰ ਕੀ ਹੋਏਗਾ, ਸਦਾ ਜਵਾਨੀ ਰਹੇਗੀ, ਤਰਨਾਪੋ ਕਦੀ ਨਹੀਂ ਜਾਊਗਾ ਸਾਡੀ ਜ਼ਿੰਦਗੀ 'ਚੋਂ। ਫਿਰ 80-90 ਸਾਲ ਤੱਕ ਵੀ ਇਹ ਜਵਾਨੀ ਸਾਂਭ ਕੇ ਰੱਖ ਸਕਦੇ ਹਾਂ ਆਪਾਂ, ਗੁਣਾਂ ਵਾਲੀ। ਕਿਉਂਕਿ ਪਹਿਲੇ ਸਲੋਕ 'ਚ ਕਿਹਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਤ ਕੀਨ। ਅਤੇ ਫਿਰ ਤਰੀਕਾ ਦੱਸਿਆ, ਕਹੋ ਨਾਨਕ ਹਰ ਭਜਮ ਨਾ, ਜੇ ਬਿਦ ਜਲ ਕੋ ਮੀਨ। ਮੱਛੀ ਜਿਵੇਂ ਪਾਣੀ ਵਿੱਚ ਰਹਿ ਕੇ ਆਪਣਾ ਜੀਵਨ ਗੁਜ਼ਾਰਦੀ ਆ, ਤੂੰ ਭਾਈ ਜੇ ਚਾਹੁੰਦਾ ਕਿ ਤੇਰੀ ਜ਼ਿੰਦਗੀ 'ਚ ਵੀ ਜਵਾਨੀ ਰਵੇ, ਤਾਂ ਤੂੰ ਗੋਬਿੰਦ ਦੇ ਗੁਣ ਗਾਉਣੇ ਸ਼ੁਰੂ ਕਰ ਦੇ, ਸੱਚ ਦੇ ਨਾਲ ਸਾਥ ਹਮੇਸ਼ਾ ਮਾਣ। ਫਿਰ ਤੇਰੀ ਇਹ ਗੁਣਾਂ ਵਾਲੀ ਜਵਾਨੀ
ਸੱਚ ਦਾ ਪੱਲਾ ਫੜ ਕੇ ਆਤਮਿਕ ਤੌਰ ਤੇ ਬਲਵਾਨ ਹੋਣ ਵਾਲਾ ਇਹ ਜੀਵਨ ਤੇਰੀ ਜ਼ਿੰਦਗੀ 'ਚੋਂ ਕਦੀ ਦੂਰ ਨਹੀਂ ਹੋਏਗਾ। ਤਰਨਾ ਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਹੇ ਨਾਨਕ ਜੀ, 9ਵੇਂ ਪਾਤਸ਼ਾਹ ਜੀ ਦੇ ਰੂਪ 'ਚ ਇਹ ਗੱਲ ਕਹਿੰਦੇ ਨੇ, ਮਨਾ ਹਰੀ ਨੂੰ ਭਜ ਲਾ, ਸੱਚ ਨਾਲ ਸਾਂਝ ਪਾ ਲਾ। ਔਰ ਕਿਉਂਕਿ ਗੱਲ ਤੇ ਮਨ ਦੀ ਹੋ ਰਹੀ ਹੈ ਤੇ ਵਡੇਪਾ ਤੇ ਤਨ ਤੇ ਆਉਣਾ। ਦੇਖੋ ਸਲੋਕ ਪੜ੍ਹੋ ਨਾ, ਕਹੋ ਨਾਨਕ ਭਜ ਹਰ ਮਨਾ, ਮਨਾ ਭਜ ਲਾ ਹਰ ਨੂੰ। ਇਹ ਮਨ ਦੇ ਵਡੇਪੇ ਦੀ ਗੱਲ ਹੋ ਰਹੀ ਹੈ, ਤਨ ਦੇ ਵਡੇਪੇ ਦੀ ਗੱਲ ਨਹੀਂ ਹੋ ਰਹੀ। ਤਨ ਦਾ ਵਡੇਪਾ ਤੇ ਸਮੇਂ ਨਾਲ ਆਏਗਾ, ਉਹ ਤੇ ਚਲੋ ਨਜਿੱਠ ਲਵਾਂਗੇ, ਪਰ ਜੇ ਮਨ 'ਚ ਜਵਾਨੀ ਰਹੀ ਤੇ ਤਨ ਦੇ ਵਡੇਪੇ ਨਾਲ ਵੀ ਲੜਨ ਦੀ ਤਾਕਤ ਆਪਣੇ ਆਪ ਆ ਜਾਣੀ ਹੈ। ਤੇ ਐਸੀ ਜ਼ਿੰਦਗੀ 'ਚ ਬੜੇ ਬਜ਼ੁਰਗਾਂ ਨੂੰ ਮੈਂ ਵੇਖਿਆ 80 90 ਸਾਲ ਤੱਕ ਵੀ ਉਹਨਾਂ ਜਿਹੜੀ એનર્ਜੀ ਆ ਨਾ, ਉਹ ਤੁਹਾਨੂੰ 20 25 30 ਸਾਲ ਦੇ ਨੌਜਵਾਨ 'ਚ ਨਹੀਂ ਮਿਲੇਗੀ। ਗੁਰੂ ਬਖਸ਼ਿਸ਼ ਕਰੇ। ਆਓ ਅਸੀਂ ਗੁਰੂ ਦੇ ਦੱਸਣ ਮੁਤਾਬਕ ਆਪਣੇ ਇਸ ਜੋਬਨ ਨੂੰ ਸਾਂਭ ਕੇ ਹਾਲਾਤਾਂ ਨਾਲ ਲੜਨ ਜਾ ਸਕੀਏ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।